ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 22ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰੜੀ ਮਹੱਲਾ ਤੀਜਾ। ਗੁਰ ਤੇ ਗਿਆਨ ਪਾਏ ਜਨ ਕੋਇ, ਗੁਰ ਤੇ ਬੂਝੇ ਸਿਜੇ ਸੋਈ। ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦਵਾਰ। ਪੂਰੇ ਭਾਗ ਮਿਲੇ ਗੁਰ ਆਏ, ਸਾਚੇ ਸਹਿਜ ਸੱਚ ਸਮਾਏ ਰਹਾਓ। ਗੁਰ ਮਿਲਿਏ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸਾਂਤ ਵਸੇ ਮਨ ਆਏ। ਗੁਰ ਤੇ ਪਤਿਤ ਪਾਵਨ ਸੁਚ ਹੋਈ, ਗੁਰ ਤੇ ਸ਼ਬਦ ਮਿਲਾਵਾ ਹੋਏ। ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਵੇਂ ਬਹੁਤਾ ਦੁਖ ਪਾਈ। ਗੁਰਮੁਖ ਹੋਏ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਤ ਹੋਈ। ਕਿਸਨੂੰ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸੱਚ ਸਮਾਵਾਂ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸੱਚ ਸਮਾਵਾਂ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਭਾਈ, ਗੁਰਸ਼ਬਦ ਗੁਰਬਾਣੀ ਦੁਆਰਾ ਗੁਰੂ ਪਾਸੋਂ ਰੱਬੀ ਗਿਆਨ ਕੋਈ ਵਿਰਲਾ ਹੀ ਪ੍ਰਾਪਤ ਕਰ ਸਕਦਾ ਹੈ ਜੀ, ਔਰ ਕਰਦਾ ਹੈ ਜੀ। ਜੇ ਉਹ ਗੁਰਸ਼ਬਦ ਗੁਰਬਾਣੀ ਗਿਆਨ ਨੂੰ ਸਮਝਦਾ ਹੈ ਤਾਂ ਉਸ ਦਾ ਮਨੁੱਖੀ ਜੀਵਨ ਸਫਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਸ਼ਬਦ ਗੁਰਬਾਣੀ ਗਿਆਨ ਤੇ ਸੱਚ ਰੂਪ ਪ੍ਰਾਪਤ ਕਰ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਤੋਂ ਹੀ ਮੁਕਤੀ ਦਾ ਦਰਵਾਜ਼ਾ ਪਾਈਦਾ ਹੈ ਜੀ। ਭਾਵ ਉਸ ਗੁਰੂ ਪਰਮੇਸ਼ਰ ਦੇ ਹੁਕਮ ਦੀ ਸਮਝ ਆਉਂਦੀ ਹੈ ਜੀ, ਅਤੇ ਹਰ ਮੂਲ ਨਾਲ ਜੁੜਨ ਦੀ ਸੋਝੀ ਮਿਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਨੂੰ ਫਿਰ ਪੂਰੇ ਭਾਗਾਂ ਨਾਲ ਗੁਰਸ਼ਬਦ ਗੁਰਬਾਣੀ ਦੁਆਰਾ ਇਹ ਸਮਝ ਆ ਜਾਂਦੀ ਹੈ ਕਿ ਗੁਰਮਤਿ ਦੀ ਸੇਧ ਹੀ ਉਸ ਸੱਚੇ ਪਰਮੇਸ਼ਰ ਦੇ ਸਹਿਜ ਪਦ ਅਤੇ ਸੱਚ ਵਿੱਚ ਸਮਾ ਸਕੀਦਾ ਹੈ ਜੀ। ਭਾਵ ਆਪਣੇ ਸੱਚ ਹਰ ਮੂਲ ਨਾਲ ਜੁੜ ਸਕੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਮਤਿ ਦੁਆਰਾ ਉਹ ਆਪਣੀ ਤ੍ਰਿਸ਼ਨਾ ਦੀ ਅੱਗ ਭਾਵ ਵਿਕਾਰਾਂ ਨੂੰ ਬੁਝਾ ਲੈਂਦਾ ਹੈ ਜੀ, ਭਾਵ ਖਤਮ ਕਰ ਲੈਂਦਾ ਹੈ ਜੀ। ਗੁਰਸ਼ਬਦ ਗੁਰਬਾਣੀ ਪਾਸੋਂ ਪ੍ਰਾਪਤ ਹੋਈ, ਗੁਰਸ਼ਬਦ ਗੁਰਬਾਣੀ ਦੁਆਰਾ ਪ੍ਰਾਪਤ ਹੋਈ ਸ਼ਾਂਤੀ ਉਸਦੇ ਮਨ ਵਿੱਚ ਆ ਵਸਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਦੁਆਰਾ ਹੀ ਆਤਮਿਕ ਸਭ ਪਵਿੱਤਰਤਾ, ਪਾਵਨਤਾ ਤੇ ਸੁਚਤਾ ਪ੍ਰਾਪਤ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਤੋਂ ਪ੍ਰਾਪਤ ਹੋਏ ਸ਼ਬਦ ਰਾਹੀਂ ਹੀ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮਤਿ ਬਿਨਾਂ ਸਭ ਸ੍ਰਿਸ਼ਟੀ ਭਟਕਣਾ ਭਰਮ ਵਿੱਚ ਭੁੱਲੀ ਹੋਈ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਬਹੁਤ ਦੁੱਖ ਪਾ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜਾ ਮਨੁੱਖ ਗੁਰਮਤਿ ਅਨੁਸਾਰੀ ਹੁੰਦਾ ਹੈ, ਉਹ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਿਆਉਂਦਾ ਹੈ ਜੀ। ਸੋ ਤੱਤ ਇਹ ਹੈ ਕਿ ਸੱਚੇ ਪਰਮੇਸ਼ਰ ਦੇ ਦਰਸ਼ਨ ਵਿੱਚ ਜੁੜਿਆਂ ਹੀ ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ ਜੀ। ਭਾਵ ਗੁਰਮਤਿ ਦੁਆਰਾ ਗੁਰਮਤਿ ਦੀ ਸੇਧ 'ਤੇ
ਚੱਲਣ ਦੁਆਰਾ ਹੀ ਉਸ ਸੱਚ ਦੀ, ਪਰਮੇਸ਼ਰ ਦੀ ਹਰ ਮੂਲ ਦੀ ਸਮਝ ਪ੍ਰਾਪਤ ਹੁੰਦੀ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ, ਅਜਿਹੇ ਮੇਲ ਲਈ ਪਰਮੇਸ਼ਰ ਤੋਂ ਬਿਨਾਂ ਹੋਰ ਕਿਸ ਨੂੰ ਆਖੀਏ ਜੀ, ਜਦ ਕਿ ਉਹ ਆਪ ਹੀ ਇੱਕੋ ਇੱਕ ਦਾਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਉਹ ਕਿਰਪਾ ਕਰੇ ਤਾਂ ਗੁਰੂ ਦੇ ਸ਼ਬਦ ਗੁਰਬਾਣੀ ਰਾਹੀਂ ਉਸ ਦਾ ਮਿਲਾਪ ਹੁੰਦਾ ਹੈ ਜੀ। ਫਿਰ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਚਾਹਨਾ ਇੱਛਾ ਪ੍ਰਗਟ ਕਰਦੇ ਹੋਏ ਆਖਦੇ ਹਨ ਕਿ ਗੁਰਸ਼ਬਦ ਗੁਰਬਾਣੀ ਦੁਆਰਾ ਮੈਂ ਸੱਚੇ ਪ੍ਰੀਤਮ ਹਰੀ ਦੇ ਗੁਣ ਗਾਇਨ ਕਰਾਂ, ਤਾਂ ਜੋ ਨਿਰੋਲ ਸੱਚੇ ਪਰਮੇਸ਼ਰ ਵਿੱਚ ਸਮਾ ਜਾਵਾਂ ਜੀ, ਭਾਵ ਹਰ ਮੂਲ ਨਾਲ ਜੁੜ ਜਾਵਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ, ਇਸ ਸ਼ਬਦ ਵਿੱਚ ਗੁਰੂ ਦੇ ਦਰਸ਼ਨ, ਮਿਲਾਪ ਦੀ ਵਡਿਆਈ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਮਹੱਤਤਾ ਦਾ ਵਰਣਨ ਕੀਤਾ ਗਿਆ ਹੈ ਜੀ। ਸਿੱਖਾਂ ਵਾਸਤੇ ਗੁਰਸਿੱਖੀ ਵਿੱਚ ਗੁਰਮਤਿ ਇੱਕ ਅਜਿਹੀ ਵਾਹਿਦ ਹਸਤੀ ਹੈ ਜਿਸ ਪਾਸੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਆਤਮਿਕ ਪਵਿੱਤਰਤਾ, ਸ਼ਾਂਤੀ ਆਦਿ ਅਮੋਲਕ ਗੁਣ ਮਿਲਦੇ ਹਨ ਜੀ, ਜਿਨ੍ਹਾਂ ਦੀ ਹੋਂਦ ਸਾਰੇ ਨਾਲ ਸਾਰੇ ਭਰਮ, ਸਾਰੇ ਡਰ ਮਿਟ ਜਾਂਦੇ ਹਨ ਜੀ, ਖਤਮ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹਾ ਗਿਆਨ ਹਰ ਕਿਸੇ ਨੂੰ ਨਹੀਂ ਮਿਲਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਤਿਗੁਰ ਪਾਸੋਂ ਕੋਈ ਵਿਰਲਾ ਜਨ ਹੀ ਪ੍ਰਾਪਤ ਕਰਦਾ ਹੈ ਜੀ, ਭਾਵ ਗੁਰਮਤਿ ਦੀ ਦੱਸੀ ਸੇਧ ਤੇ ਕੋਈ ਵਿਰਲਾ ਹੀ ਚੱਲਦਾ ਹੈ ਜੀ। ਫਿਰ ਗੁਰੂ ਜੀ ਰਹਾਉ ਦੀ ਪੰਕਤੀ ਵਿੱਚ ਇਸ ਸਿਧਾਂਤ ਵੱਲ ਸੰਕੇਤ ਕਰਦੇ ਹਨ ਕਿ ਸਾਡੇ ਭਾਗਾਂ ਨਾਲ ਹੀ, ਸਾਡੇ ਵੱਡੇ ਭਾਗਾਂ ਨਾਲ ਹੀ ਸਤਿਗੁਰ ਦਾ ਮਿਲਾਪ ਹੁੰਦਾ ਹੈ ਅਤੇ ਗੁਰੂ ਦੀ ਕਿਰਪਾ ਰਾਹੀਂ ਸਹਿਜ ਪਤ ਦੀ ਪ੍ਰਾਪਤ ਹੁੰਦੀ ਹੈ ਜੀ, ਭਾਵ ਉਸ ਗੁਰਸ਼ਬਦ ਗੁਰਬਾਣੀ ਦੁਆਰਾ ਗੁਰੂ ਦੀ ਕਿਰਪਾ ਨਾਲ ਹੀ ਫਿਰ ਉਸ ਹਰ ਮੂਲ ਦੀ ਸਮਝ ਆਉਂਦੀ ਹੈ ਤੇ ਗੁਰੂ ਦੇ ਹੁਕਮ ਦੀ ਸਮਝ ਆਉਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।